ਨਾਜ਼ਰੀਨ, ਤੁਸੀਂ ਇਹ ਤਾਂ ਮੁਹਾਵਰਾ ਸੁਣਿਆ ਹੋਵੇਗਾ, ਪੰਜਾਬੀ ਦਾ ਮੁਹਾਵਰਾ। ਤੇ ਅਸੀਂ ਵੀਲਾਗ ਵੀ ਇਸ ਲਈ ਪੰਜਾਬੀ 'ਚ ਕਰਨ ਲੱਗੇ ਹਾਂ ਕਿ ਇਹਦੇ 'ਚ ਅਸੀਂ ਦੋ ਪੰਜਾਬੀ ਦੇ ਮੁਹਾਵਰੇ ਇਸਤੇਮਾਲ ਕਰਨੇ ਹਨ। ਇੱਕ ਤੇ ਇਹ ਮੁਹਾਵਰਾ ਅਮੂਮਨ ਕਿਹਾ ਜਾਂਦਾ ਕਿ ਢੀਠ ਤੇ ਮੋਢੇ ਤੇ, ਮੋਢਾ ਜਾਂ ਕੋਈ ਹੋਰ ਚੀਜ਼, ਕਮਰ ਜਾਂ ਸਿਰ, ਜੋ ਵੀ ਤੁਸੀਂ ਇਹਨੂੰ ਕਹਿ ਲਓ, ਲੇਕਿਨ ਅਸੀਂ ਇਹਨੂੰ ਕਹਾਂਗੇ ਕਿ ਢੀਠ ਤੇ ਮੋਢੇ ਤੇ। ਸ਼ਾਇਦ ਢੀਠ ਹੈ ਜਾਂ ਕੋਈ ਹੋਰ ਹੈ, ਲੇਕਿਨ ਮੁਹਾਵਰਾ ਇਹੀ ਹੈ ਕਿ ਉਹਦੇ ਮੋਢੇ ਤੇ ਦਰਖਤ ਉੱਗਿਆ, ਰੁੱਖ ਉੱਗਿਆ, ਤਾਂ ਉਹਨੇ ਕਿਹਾ ਕਿ ਚਲੋ 4 ਯਾਰ 5 ਯਾਰ 6 ਯਾਰ ਛਾਵੇਂ ਬੈਠ ਗਏ, ਮੌਜਾਂ ਕਰਾਂਗੇ। ਇਹ ਰੋਕੇ ਦੇ ਮੋਢੇ ਤੇ ਉੱਗਿਆ, ਪਹਿਲੀ ਬਾਰੀ ਨਹੀਂ ਉੱਗਿਆ ਬਲਕਿ ਦੂਸਰੀ ਬਾਰੀ ਉੱਗਿਆ ਮੁਸਲਿਮ ਲੀਗ ਨੂਨ ਦੇ ਇੱਕ ਹੋਰ ਲੀਡਰ ਤੇ। ਔਰ ਪਹਿਲੇ ਲੀਡਰ ਦੇ ਵੀ ਇਸੇ ਤਰ੍ਹਾਂ ਉੱਗਿਆ ਸੀ, ਉਹਦਾ ਤਲਕ ਵੀ ਉਸੇ ਸ਼ਹਿਰ ਨਾਲ ਸੀ ਜਿਸ ਸ਼ਹਿਰ ਨਾਲ ਇਸ ਲੀਡਰ ਦਾ ਤਲਕ, ਜਿਹਦਾ ਹੁਣ ਅਸੀਂ ਜ਼ਿਕਰ ਕਰਨ ਲੱਗੇ ਹਾਂ। ਤੇ ਸ਼ਹਿਰ ਕਿਹੜਾ ਹੈ? ਫੈਸਲਾਬਾਦ ਸ਼ਹਿਰ। ਉੱਥੋਂ ਦੇ ਸਾਰੇ ਲੋਕ ਜਿਸ ਤਰ੍ਹਾਂ ਦੀ ਗੱਲ ਕਰਦੇ ਨੇ, ਪੰਡਾਂ ਨੂੰ ਵੀ ਪਿੱਛੇ ਛੱਡ ਜਾਂਦੇ ਆ, ਲੇਕਿਨ ਸਾਰੇ ਫੈਸਲਾਬਾਦੀਆਂ ਦੇ ਬਾਰੇ ਨਹੀਂ ਕਿਹਾ ਜਾ ਸਕਦਾ, ਥੋੜਿਆਂ ਦੇ ਬਾਰੇ ਕਿਹਾ ਜਾ ਸਕਦਾ ਹੈ। ਜਿਸ ਤਰ੍ਹਾਂ ਸ਼ਹਿਬਾਜ਼ ਗਿੱਲ ਸਾਹਿਬ ਬਿਲਕੁਲ ਮਰਾਸੀਆਂ ਨੂੰ, ਪੰਡਾਂ ਨੂੰ ਸਾਰਿਆਂ ਤੋਂ ਪਿੱਛੇ ਛੱਡ ਜਾਂਦੇ ਨੇ। ਉਹਨਾਂ ਦਾ ਪੰਜਾਬੀ ਵੀ ਲੱਗ ਦੇਖੋ ਤੇ ਸਿਰਫ ਕਸਰ ਹੁੰਦੀ ਹੈ ਕਿ ਉਹਨਾਂ ਦੇ ਹੱਥ ਚਮੋਟਾ ਨਹੀਂ ਹੁੰਦਾ। ਚਮੋਟਾ ਕਿਹੜਾ? ਜਿਹੜਾ ਨਕਲੀ ਹੈ। ਕਦੀ ਪਹਿਲੇ ਪੰਜਾਬ 'ਚ ਬੇਸ਼ੁਮਾਰ ਹੋਇਆ ਕਰਦੇ ਸੀਗੇ, ਉਹ ਜਦੋਂ ਕੋਈ ਨਕਲ ਕਰਦੇ ਸੀ, ਕੋਈ ਮਜ਼ਾਕ ਉਡਾਉਂਦੇ ਸੀ ਤੇ ਉਹਦੇ ਖਿੱਚ ਕੇ ਉਹ ਚਮੋਟਾ ਇੱਕ ਚਮੜੇ ਦੇ ਛਿੱਤਰ ਵਰਗਾ, ਲੇਕਿਨ ਉਹਦੀ ਸੱਟ ਇੰਨੀ ਨਹੀਂ ਲੱਗਦੀ, ਆਵਾਜ਼ ਬੜੀ ਆਉਂਦੀ ਹੈ। ਇਸ ਤਰ੍ਹਾਂ ਸ਼ਹਿਬਾਜ਼ ਗਿੱਲ ਜਿਸ ਤਰ੍ਹਾਂ ਮਜ਼ਾਕ ਕਰਦੇ ਨੇ, ਜਿਸ ਤਰ੍ਹਾਂ ਆਪਣਾ ਵੀ ਲੱਗ ਪੰਜਾਬੀ ਦਾ ਖਸੂਸੀ ਤੌਰ ਤੇ ਬਣਾਉਂਦੇ ਨੇ, ਲੱਗਦਾ ਕਿ ਇਹ ਕੋਈ ਸਹਾਫੀ ਨਹੀਂ, ਇਹ ਕੋਈ ਆਮ ਜਿਹਾ ਬੰਦਾ ਨਹੀਂ, ਬਲਕਿ ਪੱਕਾ ਮੀਰ ਆਲਮ ਤੇ ਮਰਾਸੀ। ਹੁਣ ਅਸੀਂ ਚੱਲਦੇ ਹਾਂ ਆਪਣੀ ਅਸਲ ਗੱਲ ਵੱਲੇ ਕਿ ਅਸੀਂ ਕਿਹਾ ਕਿ ਢੀਠ ਤੇ ਚਲੋ ਨਾ ਕਹੋ, ਤੁਸੀਂ ਹੋਰ ਕਹਿ ਲਓ, ਸ਼ਰੀਫ ਹੀ ਕਹਿ ਲਓ। ਸ਼ਰੀਫ ਕਹਿ ਲਓ ਤਾਂ ਜ਼ਿਆਦਾ ਬਿਹਤਰ ਹੈ ਕਿ ਸ਼ਰੀਫ ਦੇ ਤੌਣ ਵੀ ਮੈਂ ਗਲਤ ਕਹਿ ਗਿਆ। ਸ਼ਰੀਫ ਦੇ ਮੋਢੇ ਤੇ ਰੁੱਖ ਉੱਗਿਆ ਤਾਂ ਉਹਨੇ ਕਿਹਾ ਕਿ ਛਾਵੇਂ ਪਾਵਾਂਗੇ, ਮੈਂ ਛਾਵੇਂ ਪਾਵਾਂਗਾ। ਇਹ ਕੌਣ ਬੰਦਾ ਛਾਵੇਂ ਬੈਠਾ? ਇਹ ਜਨਾਬ ਆਬਦ ਸ਼ੇਰ ਅਲੀ ਸਾਹਿਬ, ਸ਼ੇਰ ਅਲੀ ਦੇ ਪੁੱਤਰ। ਉਹਨਾਂ ਦੇ ਮੋਢੇ ਤੇ ਰੁੱਖ ਉੱਗਿਆ ਤਾਂ ਉਹਦੀ ਛਾਵੇਂ ਦੌੜ ਕੇ ਜਾ ਕੇ ਬੈਠ ਗਏ। ਜਿਹਦੇ ਮੋਢੇ ਤੇ ਰੁੱਖ ਉੱਗਿਆ ਉਹਨੇ ਆਪ ਦੌੜ ਕੇ ਕੀ ਛਾਵੇਂ ਉਹਦੇ ਜਾ ਕੇ ਬੈਠਣਾ। ਬਹਰਹਾਲ ਉਹਨਾਂ ਦੇ ਮੋਢੇ ਤੇ ਕਿੱਦਾਂ ਰੁੱਖ ਉੱਗਿਆ? ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਕਿ ਇੱਕ ਹੋਰ ਵੀ ਇਸੇ ਸ਼ਹਿਰ ਦਾ ਹੀ ਬੜਾ ਲੀਡਰ, ਉਹਦੇ ਵੀ ਇਸੇ ਤਰ੍ਹਾਂ ਹੀ ਮੋਢੇ ਤੇ, ਤੌਣ ਤੇ, ਸਿਰ ਤੇ, ਜਿੱਥੇ ਤੁਸੀਂ ਕਹੋ ਰੁੱਖ ਉੱਗਿਆ ਸੀ, ਉਹ ਸੀ ਰਾਣਾ ਸਨਾਉਲਾ। ਇਹਨਾਂ ਦੋਨਾਂ ਖਾਨਦਾਨਾਂ ਦੀ ਆਪਸ ਬੜੀ ਸਿਆਸੀ ਦੁਸ਼ਮਣੀ, ਬਹੁਤ ਹੀ ਜ਼ਿਆਦਾ। ਤੇ ਆਬਦ ਸ਼ੇਰ ਅਲੀ ਦੇ ਅੱਬੇ ਜਨਾਬ ਸ਼ੇਰ ਅਲੀ ਨੇ ਕਿਹਾ ਸੀਗਾ ਕਿ ਇੰਨੇ ਤੇ ਇੰਨੇ ਬੰਦੇ ਕਤਲ ਕਰਵਾਏ, ਇੰਨੇ ਬੰਦੇ ਕਤਲ ਕਰਵਾਏ। ਹੁਣੇ ਪਤਾ ਲੱਗਾ ਕਿ ਦੋਨਾਂ ਖਾਨਦਾਨਾਂ ਦੇ ਵਿੱਚ ਸੁਲ੍ਹਾ ਹੋ ਗਈ ਆ ਤੇ ਸੁਲ੍ਹਾ ਦੀ ਕੋਈ ਬੰਦਾ ਮੁਖਾਲਫਤ ਨਹੀਂ ਕਰਦਾ। ਇਹਨਾਂ ਦੀ ਜਿੰਨੀ ਦੁਸ਼ਮਣੀ ਸੀ, ਜਿਸ ਤਰ੍ਹਾਂ ਇੱਕ ਦੂਸਰੇ ਨੂੰ ਗਾਲਾਂ ਕੱਢਦੇ ਸੀ, ਜਿਸ ਤਰ੍ਹਾਂ ਇੱਕ ਦੂਸਰੇ ਦੀ ਕਿਰਦਾਰ ਕੁਸ਼ੀ ਕਰਦੇ ਸੀ, ਜਿਸ ਤਰ੍ਹਾਂ ਇੱਕ ਦੂਸਰੇ ਤੇ ਇਲਜ਼ਾਮ ਲਾਉਂਦੇ ਸੀ, ਜਿਸ ਤਰ੍ਹਾਂ ਇੱਕ ਦੂਸਰੇ ਦੀ ਧੂੜ ਪੱਟ ਦਿੰਦੇ ਸੀ। ਤੇ ਬਹੁਤ ਅੱਛਾ ਹੋ ਗਿਆ ਕਿ ਇਹਨਾਂ ਦੀ ਸੁਲ੍ਹਾ ਹੋ ਗਈ। ਕਿਸੇ ਦੇ ਵੀ ਦਰਮਿਆਨ ਸੁਲ੍ਹਾ ਹੋ ਜਾਏ ਤਾਂ ਬੜੀ ਅੱਛੀ ਗੱਲ ਆ, ਲੇਕਿਨ ਜਿਸ ਤਰ੍ਹਾਂ ਕਿ ਕਿਹਾ ਕਿ ਉਹਦੇ ਮੋਢੇ ਤੇ ਵੀ ਰੁੱਖ ਉੱਗਿਆ ਸੀ ਤੇ ਇਹਦੇ ਮੋਢੇ ਤੇ ਵੀ ਰੁੱਖ ਉੱਗਿਆ। ਕਿਸ ਤਰ੍ਹਾਂ ਰੁੱਖ ਉੱਗਿਆ? ਹੁਣ ਦੀ ਖਬਰ ਹੈ ਕਿ ਥੋੜੀ ਦੇਰ ਪਹਿਲੇ ਖਬਰ ਚੱਲ ਰਹੀ ਸੀ ਟੀਵੀ ਤੇ ਕਿ ਆਬਦ ਸ਼ੇਰ ਅਲੀ ਸਾਹਿਬ ਨੂੰ ਸੈਨੇਟਰ ਮੁੰਤਖਬ ਕਰ ਲਿਆ ਗਿਆ ਤੇ ਕੋਈ ਮਹੀਨੇ ਪਹਿਲੇ ਰਾਣਾ ਸਨਾਉਲਾ ਨੂੰ ਵੀ ਸੈਨੇਟਰ ਮੁੰਤਖਬ ਕੀਤਾ ਗਿਆ ਸੀ। ਔਰ ਇਹ ਦੋਵੇਂ ਬੰਦੇ ਫੈਸਲਾਬਾਦ ਚੋਂ ਆਪਣਾ ਇਲੈਕਸ਼ਨ ਹਾਰ ਗਏ ਸੀ। ਹਾਰਨ ਤੋਂ ਬਾਅਦ ਇਹਨਾਂ ਨੂੰ ਘਰ ਬੈਠ ਕੇ ਆਰਾਮ ਕਰਨਾ ਚਾਹੀਦਾ ਸੀ, ਅਗਲੇ ਇਲੈਕਸ਼ਨ ਦਾ ਇੰਤਜ਼ਾਰ ਕਰਦੇ, ਉਡੀਕਦੇ ਅਗਲੇ ਇਲੈਕਸ਼ਨ ਨੂੰ ਕਿ ਅਗਲਾ ਇਲੈਕਸ਼ਨ ਆਏਗਾ ਤਾਂ ਪੂਰੀਆਂ ਤਿਆਰੀਆਂ ਕਰਕੇ ਅਸੀਂ ਉਹ ਇਲੈਕਸ਼ਨ ਲੜਾਂਗੇ ਤੇ ਜਿੱਤ ਕੇ ਦਿਖਾਵਾਂਗੇ। ਲੇਕਿਨ ਇਹਨਾਂ ਨੇ ਚੋਰ ਦਰਵਾਜ਼ਾ ਇਖਤਿਆਰ ਕੀਤਾ। ਇਹਨਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਜਨਾਬ ਮੀਆਂ ਮੁਹੰਮਦ ਨਵਾਜ਼ ਸ਼ਰੀਫ ਤੇ ਸ਼ਹਿਬਾਜ਼ ਸ਼ਰੀਫ ਦੇ ਭਾਣਜੇ ਨੇ ਆਬਦ ਸ਼ੇਰ ਅਲੀ ਸਾਹਿਬ, ਇਸ ਲਈ ਉਹਨਾਂ ਨੂੰ ਟਿਕਟ ਬੜੀ ਆਸਾਨੀ ਨਾਲ ਮਿਲ ਗਿਆ। ਇਰਫਾਨ ਸਿੱਦੀਕੀ ਸਾਹਿਬ ਦਾ ਇੰਤਕਾਲ ਹੋ ਗਿਆ, 78 ਬਰਸ ਉਹਨਾਂ ਦੀ ਉਮਰ ਸੀ, 78 ਵਰਿਆਂ ਦੇ ਸੀਗੇ ਕਿ ਉਹਨਾਂ ਦਾ ਇੰਤਕਾਲ ਹੋ ਗਿਆ। ਔਰ ਅਚਾਨਕ ਉਹਨਾਂ ਦਾ ਇੰਤਕਾਲ ਹੋਇਆ। 2-4 ਦਿਨ ਬਿਮਾਰ ਰਹੇ ਤਾਂ ਉਸ ਤੋਂ ਬਾਅਦ ਅੱਲਾਹ ਨੂੰ ਜਾ ਮਿਲੇ, ਉਹਨਾਂ ਦੀ ਸੀਟ ਖਾਲੀ ਹੋਈ ਸੀ ਤੇ ਉੱਥੇ 2-3 ਹੋਰਾਂ ਲੋਕਾਂ ਨੇ ਵੀ ਟਿਕਟ ਲਈ ਐਪਲੀਕੇਸ਼ਨ ਦਿੱਤੀ ਸੀ। ਲੇਕਿਨ ਮੀਆਂ ਨਵਾਜ਼ ਸ਼ਰੀਫ ਨੇ ਫੈਸਲਾ ਕੀਤਾ ਕਿ ਸਾਡਾ ਮੁੰਡਾ ਇਹ ਕਿਉਂ ਨਾ ਅੱਗੇ ਆਵੇ, ਆਪਣੇ ਭਾਣਜੇ ਨੂੰ ਟਿਕਟ ਦੇ ਦਿੱਤਾ ਤੇ ਪੰਜਾਬ ਅਸੈਂਬਲੀ 'ਚ ਉਹਨਾਂ ਦਾ इंतखाब हो गया। मेरा ख्याल है कि बिला मुकाबला ही उन्होंने इंतखाब होया, बिला मुकाबला जित गए। पहले हार गए से इलेक्शन हार गए तो कोई शर्म होंदी, कोई हया होंदी, कोई अना होंदी, पर कख नहीं, कुछ नहीं। आवाम ने मुस्तरद करदा ओहदा फिर फायदा की होया। जमहूरीयत की जो गल करते मेरा ख्याल इन्होंने कोई शर्म नहीं आती। जमहूरीयत की होंदा कि बंदा हार गया अगले इलेक्शन का इंतज़ार करे तो अपनी तैयारी करे, लेकिन ये हार के मियाँ नवाज शरीफ चूंकि किसी का मामा, किसी का चाचा, किसी का ताया, किसी का फुफड़
ਜੋ ਵੀ ਆ ਉਹਨਾਂ ਦੇ ਵਾਸ ਇਖਤਿਆਰ 'ਚ ਬਹੁਤ ਕੁਝ ਤੇ ਫਿਰ ਆਪਣੇ ਲਈ ਉਹ ਦਰਵਾਜ਼ੇ ਖੋਲ ਦਿੰਦੇ। ਫਿਰ ਇਲੈਕਸ਼ਨ ਦਾ ਫਾਇਦਾ ਕੀ? ਹਾਰ ਗਿਆ ਬੰਦਾ ਤਾਂ ਉਹਨੂੰ ਫਿਰ ਤੁਸੀਂ ਪਾਰਲੀਮੈਂਟ 'ਚ ਲੈ ਆਓ ਤੇ ਫਾਇਦਾ ਕੀ? ਇਸ ਤੋਂ ਵੱਡੀ ਫਿਰ ਸ਼ਰਮ ਵਾਲੀ ਹੋਰ ਗੱਲ ਕੀ ਹੋ ਸਕਦੀ? ਅਗਲੀ ਗੱਲ ਇਹ ਸੁਣ ਲਵੋ ਕਿ ਫੈਸਲਾਬਾਦ ਤੋਂ ਮੇਰਾ ਖਿਆਲ ਹੈ ਕਿ ਮੁਸਲਿਮ ਲੀਗ ਨੂਨ ਦੇ ਪੂਰੇ ਪਾਕਿਸਤਾਨ ਵਿੱਚੋਂ ਸੈਨੇਟਰ ਦੀ ਤਾਦਾਦ 24 ਆ, ਕਿਉਂਕਿ ਜਿਹੜੇ ਆਦਾਦੋ ਸ਼ੁਮਾਰ ਸਾਹਮਣੇ ਆਉਂਦੇ ਸੀ, ਪੀਪਲਜ਼ ਪਾਰਟੀ ਪਹਿਲੇ, ਪੀਟੀਆਈ ਦੂਸਰੇ ਤੇ ਨੂਨ ਲੀਗ ਤੀਸਰੇ ਨੰਬਰ ਤੇ ਸੀ। ਹੋ ਸਕਦਾ ਕਿ ਹੁਣ ਇਹ ਦੂਸਰੇ ਨੰਬਰ ਤੇ ਆ ਗਈ ਹੋਵੇ ਜਾਂ ਫਿਰ ਆ ਜਾਵੇ, ਲੇਕਿਨ ਅੰਦਾਜ਼ਾ ਕਰੋ ਕਿ 24 ਸੈਨੇਟਰ ਪੂਰੇ ਮੁਲਕ ਚੋਂ ਇਹਨਾਂ ਦੇ ਮੁਸਲਿਮ ਲੀਗ ਨੂਨ ਦੇ ਮੀਆਂ ਨਵਾਜ਼ ਸ਼ਰੀਫ ਦੀ ਪਾਰਟੀ ਦੇ ਤੇ ਫੈਸਲਾਬਾਦ ਵਿੱਚੋਂ ਕਿੰਨੇ ਸੈਨੇਟਰ, ਪੂਰੇ ਪਾਕਿਸਤਾਨ ਵਿੱਚੋਂ ਕਿੰਨੇ ਸੈਨੇਟਰ? ਪੂਰੇ ਪਾਕਿਸਤਾਨ ਵਿੱਚੋਂ 24 ਤੇ ਫੈਸਲਾਬਾਦ ਵਿੱਚੋਂ 3 ਸੈਨੇਟਰ, ਇੱਕ ਤਲਾਲ ਚੌਧਰੀ, ਇੱਕ ਰਾਣਾ ਸਨਾਉਲਾ ਤੇ ਇੱਕ ਜਿਹੜਾ ਹੁਣ ਬਣਿਆ ਆਬਦ ਸ਼ੇਰ ਅਲੀ। ਹੋ ਸਕਦਾ ਕਿ ਇਸ ਤੋਂ ਇਲਾਵਾ ਵੀ ਕੋਈ ਹੋਵੇ, ਲੇਕਿਨ ਸਾਡੀ ਮਾਲੂਮਾਤ ਦੇ ਮੁਤਾਬਕ ਇਹ ਹੈ ਕਿ ਫੈਸਲਾਬਾਦ ਤੋਂ 3 ਸੈਨੇਟਰ ਇਹਨਾਂ ਨੇ ਲਏ ਨੇ। ਕਰ ਲਓ ਤੁਸੀਂ ਜੋ ਕੁਝ ਕਰਨਾ ਇਹਨਾਂ ਦਾ, ਮੀਆਂ ਨਵਾਜ਼ ਸ਼ਰੀਫ ਦਾ, ਮੁਸਲਿਮ ਲੀਗ ਨੂਨ ਦਾ, ਪੀਪਲਜ਼ ਪਾਰਟੀ ਦਾ, ਇਹਨਾਂ ਸਿਆਸੀ ਪਾਰਟੀਆਂ ਦਾ, ਕਿ ਬੰਦਾ ਹਾਰਿਆ ਹੋਇਆ ਅਸੀਂ ਅੱਗੇ ਲਿਜਾਣਾ, ਹਰ ਸੂਰਤ 'ਚ ਅੱਗੇ ਲਿਜਾਣਾ। ਇਸੇ ਤਰ੍ਹਾਂ ਤਲਾਲ ਚੌਧਰੀ, ਇਹਨੂੰ ਇਹਨਾਂ ਨੇ ਟਿਕਟ ਨਹੀਂ ਦਿੱਤਾ, ਵਸੀ ਨੂੰ ਇਹਨਾਂ ਨੇ ਟਿਕਟ ਦੇ ਦਿੱਤਾ, ਉਹ ਹਾਰ ਗਏ, ਫਿਰ ਉਹਨੂੰ ਵੀ ਸੈਨੇਟਰ ਬਣਾ ਦਿੱਤਾ। ਆ ਜਾ ਇਲੈਕਸ਼ਨ ਦੀ ਕਿਹੜੀ ਜ਼ਰੂਰਤ ਹੈ ਜਦੋਂ ਸਾਡੇ ਕੋਲ ਸੈਨੇਟ ਦੀਆਂ ਨਸ਼ਿਸਤਾਂ ਸੀਟਾਂ ਮੌਜੂਦ, ਤੇ ਫਿਰ ਤੁਸੀਂ ਇੱਥੇ ਆ ਕੇ ਮੌਜ ਕਰੋ। ਤੁਹਾਡੇ ਮੋਢੇ ਤੇ, ਤੁਹਾਡੇ ਕੰਧੇ ਤੇ, ਤੁਹਾਡੀ ਕਮਰ ਤੇ ਦਰਖਤ ਹੋ ਗਿਆ ਤੇ ਛਾਵੇਂ ਬੈਠੋ। 4000 5000 6000 7000 ਜਾਂ ਜਿੰਨੇ ਯਾਰ ਵੀ ਹਨ ਸਾਰੇ ਦੇ ਸਾਰੇ ਛਾਵੇਂ ਬੈਠੋ। ਇਸੇ ਤਰ੍ਹਾਂ ਹੀ ਇੱਕ ਹੋਰ ਵੀ ਮੁਹਾਵਰਾ ਪੰਜਾਬੀ ਦਾ ਕਿ ਭੁੱਖੇ ਨੇ ਭੁੱਖੇ ਨੂੰ ਜੱਫੀ ਪਾਈ ਤੇ ਦੋਨਾਂ ਨੂੰ ਗਸ਼ ਪੈ ਗਈ। ਹੁਣ ਇਹ ਦੋਵੇਂ ਭੁੱਖੇ ਨਹੀਂ ਬਲਕਿ 3 ਭੁੱਖੇ, 2 ਭੁੱਖੇ ਤੇ ਪੱਕੇ ਭੁੱਖੇ ਕਿ ਜਿਹੜੇ ਇਲੈਕਸ਼ਨ ਹਾਰ ਗਏ, ਰਾਣਾ ਸਨਾਉਲਾ ਤੇ ਆਬਦ ਸ਼ੇਰ ਅਲੀ, ਦੋਵੇਂ ਭੁੱਖੇ। ਔਰ ਭੁੱਖੇ ਨੇ ਭੁੱਖੇ ਨੂੰ ਜੱਫੀ ਪਾਈ ਤੇ ਦੋਨਾਂ ਨੂੰ ਗਸ਼ੀ ਪੈ ਗਈ। ਔਰ ਗਸ਼ੀ ਪਈ ਹੋਈ ਇੱਕ ਦੂਸਰੇ ਦੇ ਮੋਢੇ ਤੇ, ਕੰਧੇ ਤੇ, ਕਮਰ ਤੇ ਉੱਗੇ ਹੋਏ ਦਰਖਤ ਦੀ ਛਾਵੇਂ ਗਸ਼ੀ ਦੀ ਸੂਰਤ ਵਿੱਚ ਬੈਠੇ ਨੇ। ਇਹਦੇ ਨਾਲ ਹੀ ਇਜਾਜ਼ਤ ਦਿਓ ਤੇ ਸਾਨੂੰ ਦੱਸੋ ਫਿਰ ਇਹਨਾਂ ਦਾ ਕੀ ਇਲਾਜ ਆ ਜਿਹੜੇ ਜਮਹੂਰੀਅਤ ਨੂੰ ਇਸ ਤਰ੍ਹਾਂ ਜਮਹੂਰੀਅਤ ਦੀ ਪਗੜੀ ਉਤਾਰ ਦਿੰਦੇ ਨੇ, ਜਮਹੂਰੀਅਤ ਨੂੰ ਪੈਰਾਂ 'ਚ ਰੋਲ ਦਿੰਦੇ ਨੇ। ਜਮਹੂਰੀਅਤ ਦਾ ਫਾਇਦਾ ਕੀ ਤੇ ਕੀ ਫਾਇਦਾ ਜਮਹੂਰੀਅਤ ਦਾ? ਅੱਲਾਹ ਹਾਫਿਜ਼।